ਜੇ ਆਤਮ ਹੱਤਿਆ ਵੀ ਉਹਨੇ ਕੀਤੀ ਹੈ ਤਾਂ ਉਹਨੂੰ ਇੰਨਾ ਕੁ ਉਕਸਾਇਆ ਗਿਆ ਬੇਟੀ ਨੂੰ ਕਿ ਉਹਨੂੰ ਮਤਲਬ ਸਾਰਾ ਹੀ ਬਲੈਕ ਆਊਟ ਨਜ਼ਰ ਆਇਆ। ਮਤਲਬ ਮੈਂ ਇਹ ਕਹੂੰਗਾ ਕਿ ਉਹਨੂੰ ਇਸ ਚੀਜ਼ ਵਾਸਤੇ ਮਜਬੂਰ ਕੀਤਾ ਗਿਆ। ਹਾਲਾਂਕਿ ਉਹਦੇ ਕੋਈ ਇਸ ਤਰ੍ਹਾਂ ਦੇ ਹਾਲਾਤ ਨਹੀਂ ਸੀ। 12 ਘੰਟੇ ਸਜਾਉਂਦੀ ਉੱਥੇ ਰਹਿੰਦੀ ਸੀਗੀ। ਉਸ ਤੋਂ ਬਾਅਦ ਉਹਨਾਂ ਦੇ ਪਰਿਵਾਰ ਤੋਂ ਕਿਸੇ ਨਾ ਕਿਸੇ ਦਾ ਫੋਨ ਆ ਜਾਂਦਾ ਸੀ, ਬੇਟਾ ਆਪਕੇ लिए आज ये बनाया है, बेटा आप यहाँ आ जाओ। ਜੇ ਉਸ ਪਰਿਵਾਰ ਦੇ ਨਾਲ ਉਹਨਾਂ ਦੇ ਇੰਨੇ ਕੁ ਅੱਛੇ ਤਾਲੁਕਾਤ ਸੀ ਤੇ ਉਹ ਵਨੀਤਾ ਉਹਦੀ ਮਦਰ ਨੂੰ ਕਿਉਂ ਨਹੀਂ ਨਾਲ ਲੈ ਕੇ ਜਾਂਦੇ ਸੀਗੇ? ਉਹ ਸਿਰਫ ਬੇਟੀ ਨੂੰ ਕਿਉਂ ਆਪਣੇ ਵੱਲ ਲੈ ਕੇ ਜਾ ਰਹੇ ਸੀ? ਉਹਦੀ ਲੈਂਗੁਏਜ ਜਿਹੜੀ ਹੈ ਪੰਜਾਬੀ ਸੀਗੀ ਔਰ ਇੰਗਲਿਸ਼ ਬੜੀ ਅੱਛੀ ਸੀਗੀ, ਲੇਕਿਨ ਉਹ ਆਪਣੀ ਲੈਂਗੁਏਜ ਦੇ ਵਿੱਚ ਉਰਦੂ ਦਾ ਪ੍ਰਯੋਗ ਜ਼ਿਆਦਾ ਕਰਨ ਲੱਗ ਗਈ ਸੀ, ਜੋ ਅਸੀਂ ਉਹਨੂੰ ਨੋਟਿਸ ਕਰ ਰਹੇ ਹਾਂ। ਮੈਂ ਇਹ ਅਪੀਲ ਕਰਨਾ ਚਾਹੂੰਗਾ ਇੰਡਸਟਰੀ ਦੇ ਲੋਕਾਂ ਨੂੰ ਕਿ ਜਿਹੜਾ ਵੀ ਕੋਈ ਨਿਊ ਕਮਰ ਹੋਰ ਸਿਟੀਜ਼ ਤੋਂ ਆਉਂਦਾ ਤੇ ਉਹਨਾਂ ਨੂੰ ਥੋੜ੍ਹਾ ਜਿਹਾ ਉਹਨਾਂ ਨੂੰ ਕੰਪੇਨ ਕਰਨ, ਉਹਨਾਂ ਨੂੰ ਮਤਲਬ ਕਿ ਆਪਣੇ ਹਿਸਾਬ ਦੇ ਨਾਲ ਉੱਥੇ ਐਡਜਸਟ ਕਰਨ। ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ। ਮੈਂ ਗਗਨ ਸ਼ੁਕਲਾ। ਮਸ਼ਹੂਰ ਅਦਾਕਾਰਾ ਤਨਿਸ਼ੀ ਸ਼ਰਮਾ ਹੱਤਿਆ ਕਰ ਲੈਂਦੇ ਨੇ ਤੇ ਅੰਤਿਮ ਰਸਮਾਂ ਨੇ ਜਿਹੜੀਆਂ ਭੋਗ ਦੀਆਂ ਰਸਮਾਂ ਉਹ ਖਰੜ ਪੂਰੀਆਂ ਕੀਤੀਆਂ ਜਾਂਦੀਆਂ। ਉਹਨਾਂ ਦੇ ਅੰਕਲ ਮੇਰੇ ਨਾਲ ਮੌਜੂਦ ਨੇ, ਗੱਲਬਾਤ ਕਰ ਲੈਂਦੇ ਹਾਂ। ਸਰ, ਤੁਹਾਡੀ ਛੱਤਰ ਛਾਇਆ ਦੇ ਵਿੱਚ ਬੇਟੀ ਨੇ ਤਰੱਕੀ ਕੀਤੀ ਤੇ ਬੰਬੇ ਤੱਕ ਚਲੇ ਗਏ, ਇਸ ਤਰ੍ਹਾਂ ਦਾ ਅੰਤ ਹੋਇਆ। ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ? ਇਹ ਹੱਤਿਆ ਜਾਂ ਆਤਮ ਹੱਤਿਆ? ਸਰ, ਇਹ ਦੋਨੋਂ ਹੀ ਪਹਿਲੂ ਹੋ ਸਕਦੇ ਨੇ। ਹੱਤਿਆ ਵੀ ਹੋ ਸਕਦੀ ਹੈ, ਆਤਮ ਹੱਤਿਆ ਵੀ ਹੋ ਸਕਦੀ ਹੈ। ਜੇ ਆਤਮ ਹੱਤਿਆ ਵੀ ਉਹਨੇ ਕੀਤੀ ਹੈ ਤਾਂ ਉਹਨੂੰ ਇੰਨਾ ਕੁ ਉਕਸਾਇਆ ਗਿਆ ਬੇਟੀ ਨੂੰ ਕਿ ਉਹਨੂੰ ਮਤਲਬ ਸਾਰਾ ਹੀ ਬਲੈਕ ਆਊਟ ਨਜ਼ਰ ਆਇਆ। ਮਤਲਬ ਮੈਂ ਇਹ ਕਹੂੰਗਾ ਕਿ ਉਹਨੂੰ ਇਸ ਚੀਜ਼ ਵਾਸਤੇ ਮਜਬੂਰ ਕੀਤਾ ਗਿਆ। ਹਾਲਾਂਕਿ ਉਹਦੇ ਕੋਈ ਇਸ ਤਰ੍ਹਾਂ ਦੇ ਹਾਲਾਤ ਨਹੀਂ ਸੀ, ਫਾਈਨੈਂਸ਼ੀਅਲ ਮੈਟਰਸ ਦੇ ਵਿੱਚ ਉਹਨੂੰ ਕੋਈ ਦਿੱਕਤ ਨਹੀਂ ਸੀ। ਬੁਆਏ ਉਹਦੇ ਕੋਲ ਸੀ, ਗੱਡੀ ਉਹਦੇ ਕੋਲ ਸੀ, 3 BHK ਉਹਦਾ ਰੈਂਟਡ ਹਾਊਸ ਸੀਗਾ, ਤਾਂ ਇਸ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਸੀਗੀ ਉਹਨੂੰ। ਉਹਨਾਂ ਦੇ ਮਦਰ ਕਹਿੰਦੇ ਨੇ ਕਿ 2-3 ਮਹੀਨੇ ਤੋਂ ਮੇਰੇ ਨਾਲ ਡਿਸਟੈਂਸ ਕ੍ਰੀਏਟ ਕੀਤਾ ਜਾ ਰਿਹਾ ਸੀ। ਕੀ ਲੱਗਦਾ ਕਿ ਉਹਦੇ ਪਿੱਛੇ ਕੀ ਚੀਜ਼? ਉਹਦੇ ਪਿੱਛੇ ਸ਼ਹਿਜ਼ਾਨ ਦੀ ਫੈਮਿਲੀ ਦਾ ਹੱਥ ਸੀਗਾ ਸਰ, ਕਿਉਂਕਿ 12-13 ਘੰਟੇ ਸ਼ਹਿਜ਼ਾਨ ਦੀ ਉੱਥੇ ਰਹਿੰਦੀ ਸੀਗੀ। ਉਸ ਤੋਂ ਬਾਅਦ ਉਹਨਾਂ ਦੇ ਪਰਿਵਾਰ ਤੋਂ ਕਿਸੇ ਨਾ ਕਿਸੇ ਦਾ ਫੋਨ ਆ ਜਾਂਦਾ ਸੀ, ਬੇਟਾ ਆਪਕੇ लिए आज ये बनाया है, बेटा आप यहाँ आ जाओ। ਜੇ ਉਸ ਪਰਿਵਾਰ ਦੇ ਨਾਲ ਉਹਨਾਂ ਦੇ ਇੰਨੇ ਕੁ ਅੱਛੇ ਤਾਲੁਕਾਤ ਸੀ ਤੇ ਉਹ ਵਨੀਤਾ ਉਹਦੀ ਮਦਰ ਨੂੰ ਕਿਉਂ ਨਹੀਂ ਨਾਲ ਲੈ ਕੇ ਜਾਂਦੇ ਸੀਗੇ? ਉਹ ਸਿਰਫ ਬੇਟੀ ਨੂੰ ਕਿਉਂ ਆਪਣੇ ਵੱਲ ਲੈ ਕੇ ਜਾ ਰਹੇ ਸੀ? ਇਹ ਚੀਜ਼ ਕੰਸੀਡਰ ਕਰਨ ਵਾਲੀ ਹੈ। ਧਰਮ ਪਰਿਵਰਤਨ ਦਾ ਗੱਲ ਕੋਈ ਸਾਹਮਣੇ ਆਈ ਹੈ? ਸੁਣਨ 'ਚ ਤਾਂ ਇਹ ਵੀ ਹੈ ਕਿ ਧਰਮ ਪਰਿਵਰਤਨ ਕੀਤਾ ਜਾ ਰਿਹਾ। ਐਸਾ ਕੁਛ ਨਹੀਂ ਹੈ, ਲੇਕਿਨ ਉਹਦੇ ਕੁਛ ਜਿਹੜਾ ਆਪਾਂ ਕਹਿ ਦਈਏ ਕਿ ਦਿਨਚਰਿਆ ਦੇ ਵਿੱਚ ਉਹਦੀ ਲੈਂਗੁਏਜ ਜਿਹੜੀ ਹੈ ਪੰਜਾਬੀ ਸੀਗੀ ਔਰ ਇੰਗਲਿਸ਼ ਬੜੀ ਅੱਛੀ ਸੀਗੀ, ਲੇਕਿਨ ਉਹ ਆਪਣੀ ਲੈਂਗੁਏਜ ਦੇ ਵਿੱਚ ਉਰਦੂ ਦਾ ਪ੍ਰਯੋਗ ਜ਼ਿਆਦਾ ਕਰਨ ਲੱਗ ਗਈ ਸੀ, ਜੋ ਅਸੀਂ ਉਹਨੂੰ ਨੋਟਿਸ ਕਰ ਰਹੇ ਹਾਂ। ਹਾਂ, ਤੁਹਾਨੂੰ ਲੱਗਦਾ ਸੀ ਕਿ ਉਹਨੂੰ ਮੋਟੀਵੇਟ ਕਰਿਆ ਜਾ ਰਿਹਾ ਸੀ ਆਪਣੇ ਹਿੰਦੂ ਧਰਮ ਤੋਂ ਮੁਸਲਿਮ ਧਰਮ ਵੱਲ? ਸਰ, ਇਹ ਚੀਜ਼ ਤਾਂ ਉਹ ਆਪਣੇ ਘਰ 'ਚ ਜਦੋਂ ਉਹਨੂੰ ਬੇਟੀ ਨੂੰ ਲੈ ਕੇ ਜਾਂਦੇ ਉਹੀ ਦੱਸ ਸਕਦੇ ਆ ਕਿ ਉਹਨੂੰ ਕਿੱਥੇ ਲੈ ਕੇ ਜਾਂਦੇ ਸੀ ਜਾਂ ਕੀ ਉਹਨੂੰ ਦਿੰਦੇ ਸੀਗੇ। ਮਤਲਬ ਇਹਦੇ ਵਿੱਚ ਮੈਂ ਉਹਦੇ ਵਿੱਚ ਜੇ ਬੈਠਾ ਹੋਵਾਂ ਕਦੀ ਤਾਂ ਮੈਂ ਤੁਹਾਨੂੰ ਦੱਸ ਸਕਦਾ, ਅਦਰਵਾਈਜ਼ ਮੈਂ ਨਹੀਂ ਦੱਸ ਸਕਦਾ ਤੁਹਾਨੂੰ। ਤੁਹਾਡੀ ਲਾਸਟ ਟਾਈਮ ਗੱਲ ਕਦੋਂ ਹੋਈ? ਜ਼ਿਕਰ ਖਾਸ ਤੁਹਾਡੇ ਨਾਲ ਕਦੇ ਹੋਇਆ ਲਾਸਟ ਟਾਈਮ? ਨਹੀਂ, ਟੁਨੀਸ਼ਾ ਦੀ ਮੇਰੇ ਨਾਲ ਗੱਲ ਨਹੀਂ ਹੋਈ। 20-21 ਤਰੀਕ ਨੂੰ ਉਹਦੇ ਮੌਮ ਕਹਿੰਦੇ ਸੀਗੇ ਕਿ ਟੁਨੀਸ਼ਾ ਮੇਰੇ ਨਾਲ ਗੱਲ करना चाहती है, तो मैंने कोई अंकल से ज़रूरी बात करनी है, तो बट नहीं हो पाई। मतलब देर रात हो चुकी ਸੀਗੀ। ਬਟ ਉਹਨਾਂ ਦੇ ਮਦਰ ਦੇ ਨਾਲ ਮੇਰੀ ਕੰਟੀਨਿਊਸਲੀ ਈਵਨ ਦੈਨ ਕਿ ਦਿਨ 'ਚ 2 ਜਾਂ 3 ਵਾਰੀ ਵੀ ਗੱਲ ਹੁੰਦੀ ਸੀਗੀ। ਟੁਨੀਸ਼ਾ ਦਾ ਕੋਈ ਫਾਈਨੈਂਸ਼ੀਅਲ ਕ੍ਰਾਈਸਿਸ ਸੀਗਾ? ਮਾਤਾ ਕਹਿ ਰਹੇ ਸੀ ਕਿ ਸੁਜ਼ਾਨ ਨੂੰ ਹੁਣ ਵੱਡੇ ਐਕਸਪੈਂਸਿਵ ਗਿਫਟ ਦੇਣ। ਹਾਂ, ਦੇਣ ਲੱਗ ਗਈ ਸੀ, ਲੇਕਿਨ ਐਕਚੁਅਲੀ ਬੇਸਿਕਲੀ ਸ਼ੁਰੂ ਤੋਂ ਹੀ ਆਪਣੇ ਕੋਲ ਕੋਈ ਪੈਸੇ ਨਹੀਂ ਸੀ ਰੱਖਦੀ। ਆਪਣੇ ਕੋਲ ਜੋ ਵੀ ਸੀਗੇ ਉਹਦੇ ਫਾਈਨੈਂਸ਼ੀਅਲ ਮੈਟਰਸ ਉਹਦੇ ਮਦਰ ਰੱਖਦੇ ਸੀ, ਕਿਉਂਕਿ 18 ਸਾਲ ਤੱਕ ਤਾਂ ਉਹਦੇ ਜਦੋਂ ਤੱਕ ਬਾਲਿਗ ਨਹੀਂ ਸੀ ਉਹਦੇ ਮਦਰ ਦੇ ਨਾਂ ਤੇ ਗਾਰਡੀਅਨ ਦੇ ਉਹਨਾਂ ਦੇ ਅਕਾਊਂਟ 'ਚ ਆਉਂਦੇ ਸੀ। 2 ਸਾਲ ਉਹਦੇ ਅਕਾਊਂਟ 'ਚ ਆਉਂਦੇ ਸੀਗੇ ਤੇ ਉਹਨੂੰ ਜਿੰਨੀ ਆਪਣੀਆਂ ਜ਼ਰੂਰਤਾਂ ਹੁੰਦੀਆਂ ਸੀ ਉਹ ਦੱਸ ਦਿੰਦੀ ਸੀ, ਉਹ ਪੂਰੀਆਂ ਕਰ ਦਿੰਦੇ ਸੀਗੇ ਉਹਦੇ ਮਦਰ। ਤੇ ਉਸ ਤੋਂ ਬਾਅਦ ਉਹ ਪੈਸੇ ਦਾ ਕਹਿੰਦੀ ਸੀ, ਮੰਮਾ आपने जो करना है आपको ज़्यादा पता है, मेरा तो एक्टिंग का पैशन है, मैंने वो करनी है, तो वो कर रही थी सर। ऐसा तो कुछ नहीं सीगा। ਮਦਰ ਕਹਿ ਰਹੇ ਨੇ, ਕਹਿੰਦੇ ਲੜਾਈ ਲੰਬੀ ਹੈ, ਇਨਸਾਫ ਲਈ ਦੁਬਾਰਾ ਬੰਬੇ ਜਾਣਾ ਪਿਆ, ਤੁਹਾਡਾ ਸਹਿਯੋਗ ਰਹੇਗਾ? ਹਾਂ, ਬਿਲਕੁਲ ਰਹੇਗਾ ਸਰ। ਜਿੱਥੇ ਤੱਕ ਜਾਵਾਂਗੇ ਅਸੀਂ ਆਪਣੀ ਬੇਟੀ ਦੇ ਉਹਦੇ ਵਾਸਤੇ ਜ਼ਰੂਰ ਜਾਵਾਂਗੇ ਸਰ। ਅਗਰ ਇਸ ਤਰ੍ਹਾਂ ਦਾ ਅੰਤ ਮਾਇਆ ਨਗਰੀ ਦੇ ਵਿੱਚ ਹੁੰਦਾ ਹੈ, ਇਹ ਪਹਿਲਾਂ ਨਹੀਂ ਹੈਗਾ। ਸੁਸ਼ਾਂਤ ਸਿੰਘ ਹੋ ਗਿਆ, ਬਹੁਤ ਸਾਰੀ ਲੰਬੀ ਲਿਸਟ ਹੈ। ਕੀ ਲੱਗਦਾ ਤੁਹਾਨੂੰ? ਤੁਸੀਂ ਇਸ ਜਗਤ ਨਾਲ ਜੁੜੇ ਹੋਏ ਹੋ, ਕਿਸ ਤਰ੍ਹਾਂ ਦਾ ਪ੍ਰੈਸ਼ਰ ਰਹਿੰਦਾ ਹੈ? ਕੀ ਵਰਕਲੋਡ ਹੈ ਜਾਂ ਮਾਈਂਡ ਸੈਟਅਪ ਕੀ ਰਹਿੰਦਾ? ਇਹ ਵਰਕਲੋਡ ਤਾਂ ਉੱਥੇ ਦੇਖੋ ਹੈ ਹੀ ਹੈ, 12 ਘੰਟੇ ਦੀ ਉੱਥੇ ਸ਼ਿਫਟ ਹੁੰਦੀ ਹੈ। ਵਰਕਲੋਡ ਤਾਂ ਓਬਵੀਅਸਲੀ ਉੱਥੇ ਹੈ ਹੀ ਹੈ, ਲੇਕਿਨ ਉੱਥੇ ਉਸ ਬੰਦਿਆਂ ਦੀ ਜ਼ਿਆਦਾ ਲੋੜ ਹੈ ਕਿ ਜਿਹੜੇ ਨਿਊ ਕਮਰਸ ਆਉਂਦੇ ਹੈ ਜਾਂ ਜਿਹੜੇ ਕਿ ਫਿਲਮੀ ਜਗਤ ਤੋਂ ਉਹਨਾਂ ਦੀ ਬੈਕਗਰਾਊਂਡ ਨਹੀਂ ਹੈ, ਅਤੇ ਉਹਨਾਂ ਨੂੰ ਕੁਛ ਨਾ ਕੁਛ ਸਪੋਰਟ ਦੀ ਜ਼ਰੂਰਤ ਹੈ। ਕਿ ਜਿਵੇਂ ਟੀਨ ਏਜ ਦੇ ਬੱਚੇ, ਟੁਨੀਸ਼ਾ ਸੀਗੀ 20 ਸਾਲ ਦੀ ਸੀ, ਉਹਨੂੰ ਨਹੀਂ ਸੀ ਪਤਾ ਕਿ ਮੇਰੇ ਵਾਸਤੇ ਕੀ ਅੱਛਾ ਜਾਂ ਕੀ ਬੁਰਾ। ਤਾਂ ਉੱਥੇ ਜਿਹੜੇ ਵੀ ਮੈਂ ਇਹ ਅਪੀਲ ਕਰਨਾ ਚਾਹੂੰਗਾ ਇੰਡਸਟਰੀ ਦੇ ਲੋਕਾਂ ਨੂੰ ਕਿ ਜਿਹੜਾ ਵੀ ਕੋਈ ਨਿਊ ਕਮਰ ਹੋਰ ਸਿਟੀਜ਼ ਤੋਂ ਆਉਂਦਾ ਅਤੇ ਉਹਨਾਂ ਨੂੰ ਥੋੜ੍ਹਾ ਜਿਹਾ ਉਹਨਾਂ ਨੂੰ ਕੰਪੇਨ ਕਰਨ, ਉਹਨਾਂ ਨੂੰ ਮਤਲਬ ਕਿ ਆਪਣੇ ਹਿਸਾਬ ਦੇ ਨਾਲ ਉੱਥੇ ਐਡਜਸਟ ਕਰਨ। ਤੇ ਉਹਦੇ ਨਾਲ ਕੋਈ ਬੰਬੇ ਪੁਲਿਸ ਨਾਲ ਗੱਲਬਾਤ ਹੋਈ? ਨਹੀਂ, ਉਹ ਸਾਰਾ ਕੁਝ ਪਵਨ ਜੀ ਕਰ ਰਹੇ ਨੇ, ਸਾਡੇ ਐਡਵੋਕੇਟ ਤਰੁਣ ਜੀ ਕਰ ਰਹੇ ਨੇ, ਉਹ ਸਾਰਾ ਕੁਝ ਉਹਨਾਂ ਨਾਲ ਉਹ ਕਰ ਰਹੇ। ਕਾਨੂੰਨੀ ਪੱਖ ਲੈ ਰਹੇ ਹੋ ਪੂਰਾ? ਹਾਂ ਜੀ, ਲੈ ਰਹੇ ਸਰ, ਪੂਰਾ ਹੋ ਰਿਹਾ ਜੀ। ਹਾਂ ਜੀ। ਸੋ ਇਹ ਤਨਿਸ਼ਾ ਸ਼ਰਮਾ ਦੇ ਅੰਕਲ ਸੀਗੇ, ਕਹਿੰਦੇ ਆਪਣੀ ਧੀ ਦੇ ਇਨਸਾਫ ਦੀ ਹਰ ਇੱਕ ਲੜਾਈ ਲੜੀ ਜਾਊਗੀ, ਕਿਉਂਕਿ
ਜੇ ਦੇਖਿਆ ਜਾਵੇ ਤਾਂ ਕਿਹਨਾਂ ਪਹਿਲੂਆਂ ਦੇ ਤਹਿਤ ਕਿਹੜੇ ਉਹ ਸਰਕਸਟੈਂਸਸ ਰਹੇ ਹੋਣਗੇ, ਕੀ ਹਾਲਾਤ ਰਹੇ ਹੋਣਗੇ ਜਿਸ ਦੇ ਚੱਲਦੇ ਇੱਕ ਨੌਜਵਾਨ ਲੜਕੀ ਜੋ ਕਿ ਉੱਭਰਦਾ ਸਿਤਾਰਾ ਸੀ ਉਹ ਸੁਸਾਈਡ ਕਰ ਲੈਂਦੀ ਹੈ। ਕਹਿੰਦੇ ਅਗਰ ਉਸਨੇ ਸੁਸਾਈਡ ਕੀਤਾ ਤਾਂ ਕਿੰਨਾ ਪ੍ਰੈਸ਼ਰ ਰਿਹਾ ਹੋਊਗਾ। ਹੱਤਿਆ, ਆਤਮ ਹੱਤਿਆ ਦੋਨੇ ਚੀਜ਼ਾਂ ਹੋ ਸਕਦੀਆਂ ਨੇ। ਕਿਉਂ ਆਪਣੇ ਸ਼ਬਦਾਂ ਦੇ ਵਿੱਚ ਉਰਦੂ ਦਾ ਪ੍ਰਯੋਗ ਕਰਦੀ ਸੀ। ਬਹੁਤ ਸਾਰੀ ਚੀਜ਼ਾਂ ਤੇ ਉਹਨਾਂ ਦੇ ਅੰਕਲ ਨੇ ਸਵਾਲ ਖੜੇ ਕੀਤੇ ਨੇ। ਕੈਮਰਾਮੈਨ ਰੋਸ਼ਨ ਦੇ ਨਾਲ ਗਗਨ ਸ਼ੁਕਲਾ, ਡੇਲੀ ਪੋਸਟ ਪੰਜਾਬੀ।